ਸਾਡੀ ਪਾਰਟੀ ਦਾ ਚੋਣ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬ ਜੀ ਹੈ ਜੀ ਕੀ ਪਾਰਟੀ ਹੁਣ ਵੀ ਉਸੇ ਵਿਚਾਰਧਾਰਾ ਨੂੰ ਲੈ ਕੇ ਚੱਲਦੀ ਹੈ ਕਿ ਜੇ ਉਸੇ ਵਿਚਾਰਧਾਰਾ ਨੂੰ ਲੈ ਕੇ ਚੱਲਦੀ ਹੈ ਤੇ ਪੰਜਾਬ ਦੀ ਧਰਤੀ ਤੇ ਕਿਵੇਂ ਲਾਗੂ ਕਰਵਾ ਸਕਦੀ ਹੈ ਕਿ ਮਨਜਿੰਦਰ ਸਿੰਘ ਸਿਰਸਾ ਅਕਾਲੀ ਦਲ ਦੇ ਪ੍ਰਧਾਨ ਹੈ ਉੱਥੋਂ ਦੀ ਦਿੱਲੀ ਯੂਨਿਟ ਦੇ, ਲੇਕਿਨ ਜੇ ਇਲੈਕਸ਼ਨਾਂ 'ਚ ਖੜਨਾ ਹੋਵੇ ਤੱਕੜੀ ਨਹੀਂ ਮਿਲਦੀ ਬਾਬੇ ਨਾਨਕ ਵਾਲੀ, ਉੱਥੇ ਬਾਲਟੀ ਮਿਲਦੀ, ਉੱਥੇ ਉਹਨੂੰ ਫੁੱਲ ਮਿਲਦਾ, ਉੱਥੇ ਇਹਨਾਂ ਨੂੰ ਗਧਾ ਮਿਲਦਾ, ਘੋੜਾ ਮਿਲਦਾ, ਬੱਕਰੀ ਮਿਲਦੀ। ਫਿਰ ਇਹ ਕਹਿੰਦੇ ਨਹੀਂ ਜੀ ਤੁਸੀਂ ਵਾਜਪਾਈ ਸਾਹਿਬ ਸਾਨੂੰ ਕਮਲ ਦਾ ਫੁੱਲ ਹੀ ਦੇ ਦਿਓ। ਫਿਰ ਇਹ RSS ਦੇ ਚਰਨੀ ਲੱਗਦੇ। ਜਦੋਂ AK-47 ਨਾਲ ਪੰਜਾਬ ਲੜ ਰਿਹਾ ਸੀ ਤਾਂ ਸਾਹਿਬ ਲੋਕਤੰਤਰੀ ਫਰੰਟ ਦੇ ਉੱਤੇ ਲੜ ਰਹੇ ਸੀ ਸਿੱਖਾਂ ਦੇ ਹੱਕ ਦੇ ਵਿੱਚ। ਉਹ ਪੁੱਛਦੇ ਸੀ ਸਾਰੇ ਵੀ ਸਾਹਿਬ ਕਾਸ਼ੀ ਰਾਮ ਜੀ ਜਿੱਤਾਂਗੇ ਕਿੱਦਾਂ ਆਪਾਂ? ਸਾਹਿਬ ਕਹਿੰਦੇ ਸੀ ਵੀ ਜਿਹੜਾ ਪੰਜਾਬ ਦਾ ਦਲਿਤ ਵੋਟ ਬੈਂਕ ਹੈ ਇਹ ਕਾਂਗਰਸ ਦੀ ਰੀੜ੍ਹ ਦੀ ਹੱਡੀ ਆ, ਇਸ ਰੀੜ੍ਹ ਦੀ ਹੱਡੀ ਨੂੰ ਮੈਂ ਤੋੜਾਂਗਾ, ਤੁਸੀਂ ਜਿੱਤ ਜਿਓ। ਉਹ ਕਹਿੰਦੇ ਸਾਹਿਬ ਤੁਸੀਂ ਹਾਰ ਜਾਣਾ, ਕਹਿੰਦੇ ਕੋਈ ਗੱਲ ਨਹੀਂ ਮੈਂ ਹਾਰਿਆ ਠੀਕ ਹੈ, ਤੁਸੀਂ ਤਾਂ ਜਿੱਤੋ। ਠੀਕ ਹੈ, ਇਹ ਰੀੜ੍ਹ ਦੀ ਹੱਡੀ ਮੈਂ ਕੱਢਾਂਗਾ ਬਾਹਰ, ਦਲਿਤ ਵੋਟ ਜਿਹੜਾ ਕਾਂਗਰਸ ਦੀ ਰੀੜ੍ਹ ਦੀ ਹੱਡੀ ਹੈ ਮੈਂ ਬਾਹਰ ਕੱਢਾਂਗਾ, ਸਿੱਖ ਜਿੱਤਣਾ ਚਾਹੀਦਾ। ਫਿਰ ਤੁਸੀਂ ਸਿੱਖ ਜਿਹੜਾ ਆ ਤੇ ਆਪਣੇ ਆਪ ਨੂੰ ਵੱਖਰਾ ਕਰਕੇ ਕਿਉਂ ਵੇਖਣ ਲੱਗ ਜਾਂਦੇ ਹੋ? ਜਿਸ ਪਾਰਟੀ ਦਾ ਪ੍ਰਧਾਨ ਮੰਤਰੀ ਬਣਿਆ ਉਹਨੂੰ ਪਈ 37,000 ਵੋਟ ਤੇ ਜਿਹੜਾ ਸਿੱਖਾਂ ਲਈ ਲੜਿਆ, ਜਿਹੜਾ ਇਸ ਦੇਸ਼ ਦੀ ਦਬੀ ਕੁਚਲੀ ਜਮਾਤ ਲਈ ਲੜਿਆ, ਉਹਨੂੰ ਵੋਟ ਪਈ 81,000 ਤੋਂ ਜ਼ਿਆਦਾ। ਕੀ ਬਾਤ ਹੈ, 81,000 ਤੋਂ ਜ਼ਿਆਦਾ ਕੋਲ ਢਿੱਲਾ। ਕਾਸ਼ੀ ਰਾਮ ਜੀ ਪੰਜਾਬ ਦੇ ਵਿੱਚ ਉੱਠ ਕੇ ਭਾਰਤ ਦੇ ਵਿੱਚ ਵਿਚਰਦੇ ਨੇ, ਜਦਕਿ ਯੂਪੀ ਦੇ ਵਿੱਚ ਉਹਨਾਂ ਨੇ ਆਪਣੀ ਸਰਕਾਰ ਬਣਾਈ। ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਆਸਾਨ ਸੀ ਜਾਂ ਯੂਪੀ ਦੇ ਵਿੱਚ? ਪੰਜਾਬ ਦੇ ਵਿੱਚ ਕਿਉਂ ਨਹੀਂ ਸਰਕਾਰ ਬਣਾਈ ਗਈ? ਨੰਬਰ ਆਫ ਬਸਪਾ ਦੇ ਵੋਟ ਜੇ ਕਾਂਗਰਸ ਜੋੜ ਦਿੱਤੇ ਜਾਂਦੇ ਤਾਂ ਸਿੱਖ ਧਿਰਾਂ ਹਰਮੰਦਰ ਸਾਹਿਬ ਨੂੰ ਹਮਲਾ ਕਰਾ ਕੇ ਅਕਾਲ ਤਖਤ ਨੂੰ ਢਵਾ ਕੇ 4 MP 5 MP ਤੋਂ ਵੱਧ ਨਹੀਂ ਸੀ ਜਿੱਤਦੇ, ਨਹੀਂ ਡਾਟਾ ਕੱਢ ਲਏ। ਪਰ ਬਾਈਕਾਟ ਵੇਲੇ ਤੁਹਾਡੀ ਪਾਰਟੀ ਨੇ ਕੋਈ ਕਿਹਾ ਨਹੀਂ ਵੀ ਬਾਈਕਾਟ ਨਹੀਂ ਕਰਨਾ ਚਾਹੀਦਾ, ਕਿਉਂਕਿ ਉਦੋਂ ਬਾਬੂ ਕਾਸ਼ੀ ਰਾਮ ਜੀ ਵਰਗੀਆਂ ਸ਼ਖਸੀਅਤਾਂ ਸੀ, ਸਿਆਣੇ ਲੋਕ ਸੀ, ਔਰ ਜਿਨ੍ਹਾਂ ਦੀ ਗੱਲ ਨੂੰ ਬਾਬਾ ਜਰਨੈਲ ਸਿੰਘ ਜੀ ਵੀ ਸੁਣਦੇ ਹੁੰਦੇ ਸਨ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ। ਦਰਸ਼ਕੋ, ਜਿਵੇਂ ਤੁਹਾਨੂੰ ਨਾਲ ਇੱਕ ਵਾਅਦਾ ਕੀਤਾ ਸੀ ਕਿ ਦੁਆਬੇ ਦੀ ਧਰਤੀ ਤੇ ਆ ਨੈਕਸਟ ਐਪੀਸੋਡ ਦੇ ਵਿੱਚ ਵੀ ਸਰਦਾਰ ਜਸਬੀਰ ਸਿੰਘ ਗੜੀ ਮੇਰੇ ਨਾਲ ਹੋਣਗੇ। ਕਰਾਂਗੇ ਬੜੀਆਂ ਗੱਲਾਂ, ਪਾਰਟੀ ਨੂੰ ਲੈ ਕੇ ਕਰਾਂਗੇ, ਗੁਰੂ ਨਾਨਕ ਵਿਚਾਰਧਾਰਾ ਨੂੰ ਲੈ ਕੇ ਕਰਾਂਗੇ, ਤੇ ਸਮਾਜ ਦੇ ਅੰਦਰ ਹਾਲਾਤਾਂ ਦੀ ਗੱਲ ਕਰਾਂਗੇ ਤੇ ਉਹਨਾਂ ਦਾ ਬਦਲ ਕੀ ਹੋਣਾ ਚਾਹੀਦਾ ਹੈ। ਇਹਨਾਂ ਸਾਰੇ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ। ਤੁਹਾਡੇ ਨਾਲ ਕੀਤੇ ਹੋਏ ਵਾਅਦੇ ਤੇ ਖਰਾ ਉਤਰਦਾ ਹੋਇਆ ਅੱਜ ਫਿਰ ਸਰਦਾਰ ਜਸਬੀਰ ਸਿੰਘ ਗੜੀ ਮੇਰੇ ਨਾਲ ਨੇ। ਆਓ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ, ਉਸ ਤੋਂ ਬਾਅਦ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਲ ਚੈਨਲ ਦੀ ਸਮੁੱਚੀ ਟੀਮ ਔਰ ਖਾਸ ਤੌਰ ਤੇ ਹਰਪ੍ਰੀਤ ਸਿੰਘ ਮੱਖੂ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਮੈਨੂੰ ਯਾਦ ਕੀਤਾ। ਥੈਂਕ ਯੂ ਤੁਹਾਡਾ। ਬਹੁਤ ਬਹੁਤ ਮਿਹਰਬਾਨੀ। ਸਾਨੂੰ ਖੁਦ ਨੂੰ ਚੰਗਾ ਲੱਗਦਾ ਤੁਹਾਡੇ ਨਾਲ ਬੈਠ ਕੇ, ਕਿਉਂਕਿ ਕੋਈ ਪੋਲੀਟੀਕਲ ਲੀਡਰ ਹੈ ਉਹ ਸੱਤਾ ਦੀ ਗੱਲ ਕਰਦਾ ਹੈ, ਪਰ ਸੱਤਾ ਵੀ ਇਹ ਨਹੀਂ ਹੈ ਕਿ ਉਹ ਸੱਤਾ ਜਿਹੜੀ ਅੱਗੇ ਵੰਡੀ ਜਾਏਗੀ ਉਹਨਾਂ ਲੋਕਾਂ ਦੇ ਵਿੱਚ, ਨਘਰਿਆਂ ਦੇ ਵਿੱਚ, ਨਥਾਵਿਆਂ ਦੇ ਵਿੱਚ। ਉਹ ਸੱਤਾ ਨੂੰ ਆਪਣੇ ਪਰਿਵਾਰ ਵਿੱਚ ਲਿਆਉਣ ਦੀ ਗੱਲ ਕਰਦਾ ਹੈ। ਤੁਹਾਡੇ ਨਾਲ ਬੈਠਦੇ ਹਾਂ ਤੇ ਇੱਕ ਐਸਾ ਲੱਗਦਾ ਪਿਆ ਵੀ ਇਹ ਉਹ ਬਰਸਾਤ ਹੈ ਜਿਹੜੀ ਸਾਰੇ ਪਾਸੇ ਹੀ ਜਾਵੇਗੀ। ਗੜੀ ਸਾਹਿਬ, ਜਦੋਂ ਆਪਾਂ ਪਿਛਲੀ ਵਾਰੀ ਗੱਲਬਾਤ ਕਰਦੇ ਸਾਂ ਤੇ ਕੁਝ ਕਮੈਂਟਸ ਸਾਡੇ ਕੋਲ ਆ ਜਾਂਦੇ ਨੇ। ਕਮੈਂਟਸ ਦੇ ਵਿੱਚ ਪੁੱਛਿਆ ਜਾਂਦਾ ਆ ਕਿ ਬਾਬੂ ਕਾਸ਼ੀ ਰਾਮ ਜੀ ਦੀ ਰਸਨਾ ਤੋਂ ਕਹੀ ਹੋਈ ਇਹ ਗੱਲ ਹੈ ਕਿ ਸਾਡੀ ਪਾਰਟੀ ਦਾ ਚੋਣ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬ ਜੀ ਹੈ ਜੀ। ਕੀ ਪਾਰਟੀ ਹੁਣ ਵੀ ਉਸੇ ਵਿਚਾਰਧਾਰਾ ਨੂੰ ਲੈ ਕੇ ਚੱਲਦੀ ਹੈ? ਕਿ ਜੇ ਉਸੇ ਵਿਚਾਰਧਾਰਾ ਨੂੰ ਲੈ ਕੇ ਚੱਲਦੀ ਹੈ ਤੇ ਪੰਜਾਬ ਦੀ ਧਰਤੀ ਤੇ ਕਿਵੇਂ ਲਾਗੂ ਕਰਵਾ ਸਕਦੇ ਹਾਂ? ਦੇਖੋ, ਜਿਹੜਾ ਇਹ ਬਹੁਤ ਪੰਜਾਬੀਆਂ ਲਈ ਇੱਕ ਵਿਲੱਖਣ ਗੱਲ ਸੀ, ਜਿਹੜੀ ਪੰਜਾਬ ਦੇ ਅੱਜ ਤੱਕ ਵੀ ਪੰਜਾਬੀਆਂ ਨੇ ਉਹਨੂੰ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝ ਨਹੀਂ ਪਾਏ। ਦੁੱਖ ਇਸ ਗੱਲ ਦਾ ਆ। ਪਹਿਲੀ ਗੱਲ ਤਾਂ ਇਹ ਸਮਝਣ ਦੀ ਲੋੜ ਹੈ ਕਿ ਪੰਜਾਬ 'ਚੋਂ ਕੋਈ ਪਾਰਟੀ ਉੱਠੀ ਹੋਵੇ, ਪੰਜਾਬ 'ਚੋਂ ਕੋਈ ਪਾਰਟੀ ਇੱਦਾਂ ਦੀ ਬਣੀ ਹੋਵੇ ਜਿਹੜੀ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ, ਔਰ ਜੰਮੂ ਕਸ਼ਮੀਰ 'ਚ ਵੀ ਹਾਥੀ, ਪੰਜਾਬ 'ਚ ਵੀ ਹਾਥੀ, ਮੱਧ ਪ੍ਰਦੇਸ਼ ਹਾਥੀ, ਐਂਡ ਧੁਰ ਤੱਕ ਹਾਥੀ, ਗੁਜਰਾਤ ਤੋਂ ਲੈ ਕੇ ਅਸਾਮ, ਮੇਘਾਲਿਆ, ਨਾਗਾਲੈਂਡ, ਕਾਮਰੂਪ ਤੱਕ ਹਾਥੀ। ਇੱਕੋ ਹੀ ਇੱਕ ਪਾਰਟੀ ਪੰਜਾਬ 'ਚ ਖੇਤਰੀ ਪਾਰਟੀਆਂ ਦੀ ਇਹ ਗੱਲ ਕਰਦੇ ਬਹੁਤ ਸਾਰੇ ਲੋਕ। ਬਾਦਲ ਸਾਹਿਬ ਦੀ ਪਾਰਟੀ ਆ, ਬਾਦਲ ਸਾਹਿਬ ਦੀ ਪਾਰਟੀ ਜਦੋਂ ਸ਼ੰਭੂ ਬੈਰੀਅਰ ਟੱਪਦੀ ਆ, ਹਰਿਆਣੇ 'ਚ ਇਹਨਾਂ ਨੂੰ ਕੋਈ ਕੈਂਡੀਡੇਟ ਦੇਣਾ ਹੋਵੇ ਬਾਦਲ ਸਾਹਿਬ ਨੇ ਤਾਂ ਉੱਥੋਂ ਚੋਣ ਕਮਿਸ਼ਨ ਨਲਕਾ ਦਿੰਦਾ, ਜਾਂ ਚੋਣ ਕਮਿਸ਼ਨ ਉੱਥੇ ਇਹਨਾਂ ਨੂੰ ਸਾਈਕਲ ਦਿੰਦਾ, ਜਾਂ ਬੈਟ ਬਾਲ ਦਿੰਦਾ, ਜਾਂ ਬਾਲਟੀ ਦਿੰਦਾ,
ਜਦੋਂ ਇਹਨਾਂ ਨੂੰ ਪਸੰਦ ਨਹੀਂ ਆਉਂਦਾ ਫਿਰ ਇਹ ਕਮਲ ਦਾ ਫੁੱਲ ਲੈਂਦੇ ਆ। ਜੇ ਬਾਦਲ ਸਾਹਿਬ ਨੇ ਦਿੱਲੀ ਲੜਨਾ ਹੋਵੇ ਉਹਦਾ ਪ੍ਰਧਾਨ ਪਾਰਟੀ ਦਾ, ਮਤਲਬ ਇਹ ਕਿੱਡੀ ਬੜੀ ਗੱਲ ਹੈ। ਇਹ ਪੰਜਾਬੀਆਂ ਨੂੰ ਜ਼ਰੂਰ ਇਸ ਨਜ਼ਰੀਏ ਨਾਲ ਸੋਚਣਾ ਚਾਹੀਦਾ ਕਿ ਮਨਜਿੰਦਰ ਸਿੰਘ ਸਿਰਸਾ ਅਕਾਲੀ ਦਲ ਦੇ ਪ੍ਰਧਾਨ ਹੈ ਉੱਥੋਂ ਦੀ ਦਿੱਲੀ ਯੂਨਿਟ ਦੇ, ਲੇਕਿਨ ਜੇ ਇਲੈਕਸ਼ਨਾਂ 'ਚ ਖੜਨਾ ਹੋਵੇ ਤੱਕੜੀ ਨਹੀਂ ਮਿਲਦੀ ਬਾਬੇ ਨਾਨਕ ਵਾਲੀ, ਉੱਥੇ ਬਾਲਟੀ ਮਿਲਦੀ, ਉੱਥੇ ਉਹਨੂੰ ਫੁੱਲ ਮਿਲਦਾ, ਉੱਥੇ ਇਹਨਾਂ ਨੂੰ ਗਧਾ ਮਿਲਦਾ, ਘੋੜਾ ਮਿਲਦਾ, ਬੱਕਰੀ ਮਿਲਦੀ। ਫਿਰ ਇਹ ਕਹਿ ਦਿੰਦੇ ਨਹੀਂ ਜੀ ਤੁਸੀਂ ਵਾਜਪਾਈ ਸਾਹਿਬ ਸਾਨੂੰ ਕਮਲ ਦਾ ਫੁੱਲ ਹੀ ਦੇ ਦਿਓ। ਫਿਰ ਇਹ RSS ਦੇ ਚਰਨੀ ਲੱਗਦੇ। ਲੇਕਿਨ ਇੱਕੋ ਹੀ ਇੱਕ ਪੰਜਾਬੀ ਸੀ ਸਾਹਿਬ ਕਾਸ਼ੀ ਰਾਮ ਜੀ, ਜਿਨ੍ਹਾਂ ਨੇ ਇਹੋ ਜਿਹੀ ਪਾਰਟੀ ਬਣਾਈ ਜਿਹੜੀ ਦਸ਼ਮੇਸ਼ ਪਿਤਾ ਦੇ ਸੁਪਨਿਆਂ ਦੀ ਪਾਰਟੀ ਸੀ ਜੀ, ਬਾਬੇ ਨਾਨਕ ਦੇ ਸੁਪਨਿਆਂ ਦੀ ਪਾਰਟੀ ਸੀ, ਸ਼੍ਰੀ ਗੁਰੂ ਰਵਿਦਾਸ ਜੀ ਦੇ ਸੁਪਨਿਆਂ ਦੀ ਪਾਰਟੀ ਸੀ। ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਦੋ ਨਹੀਂ ਤੇ ਠਾਉ ਹੈ, ਨੀਚਾ ਅੰਦਰ ਨੀਚ ਜਾਤ ਜਾਂ ਇਨ ਗਰੀਬ ਸਿੱਖਣ ਕੋ ਦੂੰ ਪਾਤਸ਼ਾਹੀ। ਇਹ ਦਸ਼ਮੇਸ਼ ਪਿਤਾ ਦਾ ਇਸ ਤੋਂ ਵੱਡਾ ਸੁਪਨਾ, ਇਸ ਸੁਪਨੇ ਲਈ ਉਹਨਾਂ ਨੇ ਆਪਣੇ 4 ਪੁੱਤ ਵਾਰ ਦਿੱਤੇ, ਆਪਣੀ ਮਾਂ ਆਪਣੇ ਹੱਥੀਂ, ਔਰ 2 ਬੱਚੇ ਤਾਂ ਇਦਾਂ ਦੇ ਕੋਲ ਪਈ ਸੀ ਲਾਸ਼ ਕਿ ਕੱਫਣ ਵੀ ਪਾ ਨਹੀਂ ਪਾਏ। ਅੱਖਾਂ 'ਚ ਸੁਪਨਾ ਇੱਕ ਸੀ ਦਸ਼ਮੇਸ਼ ਪਿਤਾ ਦੇ, ਇਨ ਗਰੀਬ ਸਿੱਖਣ ਕੋ ਦੂੰ ਪਾਤਸ਼ਾਹੀ। ਔਰ ਉਹ ਸੁਪਨਿਆਂ ਨੂੰ ਪੂਰਾ ਕਰਨ ਲਈ ਪੰਜਾਬ ਦਾ ਇੱਕ ਗਰੀਬ, ਪੰਜਾਬ ਦਾ ਇੱਕ ਬਹੁਤ ਨਿਮਾਣੀਆਂ ਨਿਉਟੀਆਂ ਜਾਤਾਂ 'ਚ ਪੈਦਾ ਹੋਇਆ ਸਾਹਿਬ ਕਾਸ਼ੀ ਰਾਮ ਸਾਈਕਲ ਤੇ ਤੁਰਦਾ, ਪੂਰਾ ਇੰਡੀਆ ਸਾਈਕਲ ਤੇ ਗਾਉਂਦਾ, ਐਡੀ ਬੜੀ ਪਾਰਟੀ ਬਣਾਉਂਦਾ, ਔਰ ਐਡੀ ਬੜੀ ਪਾਰਟੀ ਬਣਾ ਕੇ ਅੱਜ ਪੂਰੇ ਦੇਸ਼ ਵਿੱਚ ਉਹਦਾ ਹਾਥੀ ਆ, ਦੇਸ਼ ਵਿੱਚ ਪੰਥ ਦਾ ਨੀਲਾ ਝੰਡਾ ਫਹਿਰਾ ਰਿਹਾ ਦੇਸ਼ ਵਿੱਚ। ਔਰ ਉਹੀ ਕਾਸ਼ੀ ਰਾਮ ਸਾਹਿਬ ਜਿਹਨੂੰ ਪੰਜਾਬੀ ਸਮਝ ਨਹੀਂ ਸਕੇ, ਪੰਜਾਬ ਦੀਆਂ ਪੰਥਕ ਧਿਰਾਂ ਨਾ ਸਮਝ ਸਕੀਆਂ, ਪੰਜਾਬ ਦੇ ਬੁੱਧੀਜੀਵੀ ਨਾ ਸਮਝ ਸਕੇ, ਅੱਜ ਜਿਹੜੇ ਤੜਫਦੇ ਫਿਰਦੇ ਆ ਹਾਏ ਉਹ ਖੇਤਰੀ ਪਾਰਟੀ, ਹਾਏ ਉਹ ਖੇਤਰੀ ਪਾਰਟੀ, ਉਹ ਮੈਂ ਕਿਆ ਕਹਾਂ ਤੁਹਾਨੂੰ, ਕੁਛ ਕਹਿਣ ਲੱਗਾ ਸੀ ਉਲਟ ਸੁਲਟ ਵੀ ਤੁਹਾਡੇ ਪੰਜਾਬੀ ਨੇ ਇੱਕ ਪਾਰਟੀ ਬਣਾਈ, ਨੈਸ਼ਨਲ ਪਾਰਟੀ ਬਣਾਈ, ਉੱਤੇ ਕਬਜ਼ਾ ਕਰ ਲਓ, ਉਹਦਾ ਹੀ ਸਾਥ ਦੇ ਦਿਓ, ਉਹਦੇ ਨਾਲ ਹੀ ਖੜ ਜਾਓ। ਔਰ ਉਹ ਪਾਰਟੀ ਕਹਿੰਦਾ ਉਹ ਸਾਹਿਬ ਕਾਸ਼ੀ ਰਾਮ ਜਿਹੜਾ ਬਾਬਾ ਸਾਹਿਬ ਅੰਬੇਡਕਰ ਦਾ ਵਿਚਾਰਧਾਰਾ ਲੈ ਕੇ ਚੱਲਿਆ, ਗੁਰੂਆਂ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਲੈ ਕੇ ਚੱਲਿਆ, ਉਹ ਕਹਿੰਦਾ ਹੁੰਦਾ ਸੀ ਮੈਂ ਭਾਰਤ ਦਾ ਸੰਵਿਧਾਨ ਦੇਸ਼ ਵਿੱਚ ਲਾਗੂ ਕਰਾਊਂਗਾ, ਇਹ ਮੇਰਾ ਚੋਣ ਮੈਨੀਫੈਸਟੋ ਆ। ਦੇਖੋ ਅਸੀਂ ਜਿਹੜੀ ਗੱਲ ਮੱਖੂ ਸਾਹਿਬ ਕਰਦੇ ਆ ਕਿ ਸਾਹਿਬ ਕਾਸ਼ੀ ਰਾਮ ਜੀ ਨੇ ਜਦੋਂ AK-47 ਨਾਲ ਪੰਜਾਬ ਲੜ ਰਿਹਾ ਸੀ ਤਾਂ ਸਾਹਿਬ ਲੋਕਤੰਤਰੀ ਫਰੰਟ ਦੇ ਉੱਤੇ ਲੜ ਰਹੇ ਸੀ ਸਿੱਖਾਂ ਦੇ ਹੱਕ ਦੇ ਵਿੱਚ। ਦਬੀ ਕੁਚਲੀ ਜਮਾਤ ਉਸ ਵੇਲੇ 84 ਤੋਂ 99 ਦੇਸ਼ ਵਿੱਚ ਜੇ ਕੋਈ ਸੀਗੀ ਤਾਂ ਸਿੱਖ ਜਮਾਤਾਂ ਸੀਗੀਆਂ। ਔਰ ਸਾਹਿਬ ਕਾਸ਼ੀ ਰਾਮ ਨੇ ਪੰਜਾਬ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ, ਉਹਨਾਂ ਦੇ ਸਤਿਕਾਰਯੋਗ ਪਿਤਾ ਬਾਬਾ ਜੋਗਿੰਦਰ ਸਿੰਘ ਭਿੰਡਰਾਂਵਾਲੇ ਜੀ, ਉਹਨਾਂ ਦੀ ਅਗਵਾਈ 'ਚ ਯੂਨਾਈਟਿਡ ਅਕਾਲੀ ਦਲ ਫਰੇਮ ਅਪ ਕਰਾਇਆ। ਔਰ ਪ੍ਰਕਾਸ਼ ਸਿੰਘ ਬਾਦਲ ਅਲੱਗ ਲੜਿਆ ਸ਼੍ਰੋਮਣੀ ਅਕਾਲੀ ਦਲ, ਸਿੱਖ ਧਿਰਾਂ ਅਲੱਗ ਸੀ, ਤੀਜਾ ਫਰੰਟ ਕਾਇਮ ਕੀਤਾ ਔਰ ਬਸਪਾ ਦਾ ਸਟ੍ਰੈਟੇਜਿਕ ਗਠਬੰਧਨ ਹੋਇਆ। ਔਰ ਸਾਹਿਬ ਕਾਸ਼ੀ ਰਾਮ ਜੀ ਨੇ 89 ਦੇ ਉਸ ਇਲੈਕਸ਼ਨ ਦੇ ਵਿੱਚ ਪੰਜਾਬ ਦੇ ਫਰੰਟ ਦੇ ਉੱਤੇ ਮੈਂਬਰ ਪਾਰਲੀਮੈਂਟ ਲੱਗ ਦਿੱਤੇ। ਯੂਨਾਈਟਿਡ ਅਕਾਲੀ ਦਲ ਜਿਹਨੂੰ ਮਾਨ ਵਾਲਾ ਗਰੁੱਪ ਵੀ ਵਿੱਚ ਸ਼ਾਮਲ ਸੀਗਾ, 3 ਆਜ਼ਾਦ ਵੀ ਜਿੱਤੇ ਜਦੋਂ ਰਿਜ਼ਲਟ ਆਇਆ, 2 ਕਾਂਗਰਸ ਦੇ ਜਿੱਤੇ, ਇੱਕ ਗੁਰਦਾਸਪੁਰ ਤੋਂ ਸੁਖਵੰਤ ਕੌਰ ਭਿੰਡਰ ਤੇ ਹੁਸ਼ਿਆਰਪੁਰ ਤੋਂ ਕਮਲ ਚੌਧਰੀ, ਬਾਕੀ ਸਾਰੀਆਂ ਜਗ੍ਹਾ ਤੋਂ। ਔਰ ਫਲੋਰ ਤੋਂ BSP ਦਾ ਹੱਥ ਹੀ ਜਿੱਤਿਆ। ਔਰ ਪੁੱਛਦੇ ਸੀ ਸਾਰੇ ਵੀ ਸਾਹਿਬ ਕਾਸ਼ੀ ਰਾਮ ਜੀ ਜਿੱਤਾਂਗੇ ਕਿੱਦਾਂ ਆਪਾਂ? ਸਾਹਿਬ ਕਹਿੰਦੇ ਸੀ ਵੀ ਜਿਹੜਾ ਪੰਜਾਬ ਦਾ ਦਲਿਤ ਵੋਟ ਬੈਂਕ ਹੈ ਇਹ ਕਾਂਗਰਸ ਦੀ ਰੀੜ ਦੀ ਹੱਡੀ ਆ, ਇਸ ਰੀੜ ਦੀ ਹੱਡੀ ਨੂੰ ਮੈਂ ਤੋੜਾਂਗਾ, ਤੁਸੀਂ ਜਿੱਤ ਜਿਓ। ਉਹ ਕਹਿੰਦੇ ਸਾਹਿਬ ਤੁਸੀਂ ਹਾਰ ਜਾਣਾ, ਕਹਿੰਦੇ ਕੋਈ ਗੱਲ ਨਹੀਂ ਮੈਂ ਹਾਰਿਆ ਠੀਕ ਹੈ, ਤੁਸੀਂ ਤਾਂ ਜਿੱਤੋ। ਠੀਕ ਹੈ, ਇਹ ਰੀੜ ਦੀ ਹੱਡੀ ਮੈਂ ਕੱਢਾਂਗਾ ਬਾਹਰ, ਦਲਿਤ ਵੋਟ ਜਿਹੜਾ ਕਾਂਗਰਸ ਦੀ ਰੀੜ ਦੀ ਹੱਡੀ ਹੈ ਮੈਂ ਬਾਹਰ ਕੱਢਾਂਗਾ, ਸਿੱਖ ਜਿੱਤਣਾ ਚਾਹੀਦਾ। ਸਾਡਾ ਇੱਕ ਜਿੱਤਿਆ, ਸਿੱਖ ਧਿਰਾਂ ਦੇ ਜਿਹੜੇ ਜਿੱਤੇ ਉਹ 2 ਕਾਂਗਰਸ ਦੇ ਜਿੱਤੇ, 3 ਹੋ ਗਏ, 1 ਜਨਤਾ ਦਲ ਜੂ ਦਾ ਜਿੱਤਿਆ, 4 ਹੋ ਗਏ, 9 ਸਿੱਖ ਧਿਰਾਂ ਦੇ ਜਿੱਤੇ, 6 ਮਾਨ ਦੇ ਗਿਣੇ ਜਾਂਦੇ ਆ, 3 ਆਜ਼ਾਦ ਗਿਣੇ ਜਾਂਦੇ ਆ। ਪਟਿਆਲੇ ਵਾਲਾ ਅਤਿੰਦਰਪਾਲ, ਅੰਮ੍ਰਿਤਸਰ ਵਾਲਾ ਕਿਰਪਾਲ ਸਿੰਘ, ਇੱਕ ਬੰਦਾ ਹੋਰ ਸੀ ਜਿਹੜਾ ਇਦਾਂ ਆਜ਼ਾਦ ਜਿੱਤਿਆ ਜੀ। ਔਰ ਖੁਸ਼ੀ ਦੀ ਗੱਲ ਕਿਹਾ ਸਾਹਿਬ ਕਾਸ਼ੀ ਰਾਮ ਜੀ ਰੋਪੜ ਦੀ ਰਿਜ਼ਰਵ ਸੀਟ ਸੀ। 89 ਚ ਇੱਕ ਬਹੁਤ ਵੱਡੀ ਸਾਹਿਬ ਨੇ ਕਾਨਫਰੰਸ ਕੀਤੀ ਲੁਧਿਆਣੇ, ਸਿੱਖ ਸਮਾਜ ਦਾ ਹਿੱਤ ਬਹੁਜਨ ਸਮਾਜ ਨਾਲ ਸੁਰੱਖਿਅਤ। ਔਰ ਉਸ ਕਾਨਫਰੰਸ ਦੇ ਵਿੱਚ ਜਿਹੜੀ ਮੁੱਖ ਮਹਿਮਾਨ ਹੈ ਉਹ ਬੀਬੀ ਬਿਮਲ ਕੌਰ ਖਾਲਸਾ ਆ। ਕੀ ਬਾਤ ਹੈ। ਉਹਨਾਂ ਦੇ ਹਸਬੈਂਡ ਦਾ ਨਾਮ ਦੱਸੋ ਕੀ ਸੀ? ਬੋਲ ਕੀ ਨਾਮ ਸੀ? ਬਿਲਕੁਲ ਆਪਣੇ ਬੇਅੰਤ ਸਿੰਘ ਜੀ। ਬੇਅੰਤ ਕੇ ਸਤਵੰਤ? ਸਤਵੰਤ ਸਿੰਘ ਨਹੀਂ, ਬੇਅੰਤ ਸਿੰਘ। ਬੇਅੰਤ ਸਿੰਘ ਜੀ। ਤੇ ਬੇਅੰਤ ਸਿੰਘ ਕੌਣ ਸੀਗੇ? ਜਿਨ੍ਹਾਂ ਨੇ 2 ਲੱਖ ਬੰਦਾ ਲੁਧਿਆਣੇ ਵਾਲੇ ਤੋਂ ਪੁੱਛਿਓ, ਤੁਹਾਡਾ ਏਰੀਆ ਆ ਉਧਰ ਜ਼ਿਆਦਾ ਰਹਿੰਦੇ ਤੁਸੀਂ, ਉਹਨਾਂ ਨੂੰ ਪੁੱਛਿਓ ਕਿ ਕਿੰਨੇ ਲੱਖ ਲੋਕ ਇਕੱਠੇ ਹੋਏ ਸੀ ਜਿੱਥੇ ਬੀਬੀ ਬਿਮਲ ਕੌਰ ਖਾਲਸਾ। ਔਰ ਬੀਬੀ ਬਿਮਲ ਕੌਰ ਖਾਲਸਾ ਨੂੰ ਬਾਬਾ ਜੀ ਨੂੰ ਕਿਹਾ ਇਹਨੂੰ ਟਿਕਟ ਦਿਓ ਇੱਥੋਂ,
ਰੋਪੜੋਂ ਰਿਜ਼ਰਵ ਸਟਾਫ ਨਰਸ ਦਿੱਲੀ ਲੇਡੀ ਹਾਰਡਿੰਗ ਕਾਲਜ ਤੋਂ ਹਸਪਤਾਲ ਚੋਂ ਉੱਥੋਂ ਲਿਆ ਕੇ ਇੱਥੇ ਲੜਾਇਆ ਔਰ ਜਿਤਾਇਆ। ਔਰ ਉਹਨਾਂ ਦੇ ਸਹੁਰਾ ਸਾਹਿਬ ਬਾਬਾ ਸੁੱਚਾ ਸਿੰਘ ਮਲੋਆ ਬਠਿੰਡੇ ਦੀ ਰਿਜ਼ਰਵ ਸੀਟ ਤੋਂ ਟਿਕਟ ਦਿੱਤੀ ਔਰ ਸਾਹਿਬ ਕਾਂਸ਼ੀ ਰਾਮ ਨੇ ਉਹਦੇ ਖਿਲਾਫ ਕੈਂਡੀਡੇਟ ਨਹੀਂ ਦਿੱਤਾ। ਸਾਹਿਬ ਨੇ ਆਪਣੇ ਵਰਕਰਾਂ ਨੂੰ ਕਿਹਾ ਕਿ ਸਾਰੀਆਂ ਵੋਟਾਂ ਇਹਨਾਂ ਨੂੰ ਪਾਓ। ਔਰ ਜਦੋਂ ਕਿ ਚੀਜ਼ਾਂ ਕੋਈ ਦੱਸਦਾ ਨਹੀਂ ਪਿਆ, ਜਦੋਂ ਕਿ ਔਰ ਸਾਹਿਬ ਕੀ ਕਰ ਰਹੇ ਸੀ ਉਸ ਵੇਲੇ ਜਦੋਂ ਪੰਜਾਬ ਦਾ ਫਰੰਟ ਐਦਾਂ ਤਿਆਰ ਕੀਤਾ, ਸਾਹਿਬ ਨੇ ਜਾ ਕੇ ਦਿੱਲੀ ਨੱਪੀ ਜਿਹੜਾ ਗੁੰਡਿਆਂ ਦਾ ਸਰਦਾਰ ਸੀ HKL ਭਗਤ, ਜਿਹਦੇ ਖਿਲਾਫ ਸਿੱਖ ਧਿਰਾਂ ਸਿੱਖ ਪਰਿਵਾਰਾਂ ਨੇ ਸੱਜਣ ਟਾਈਟਲਰ ਇਹਨਾਂ ਦੇ ਖਿਲਾਫ ਕੇਸ ਪਾਏ ਸੀ ਕਿ ਸਾਨੂੰ ਇਹਨਾਂ ਨੇ ਟਾਇਰ ਪਾਏ, ਇਹ ਅਗਵਾਈ ਕਰਦੇ ਸੀ। ਸਾਹਿਬ ਕਾਂਸ਼ੀ ਰਾਮ ਨੇ ਉਸ HKL ਭਗਤ ਦੇ ਖਿਲਾਫ ਕਾਗਜ਼ ਫਾਈਲ ਕੀਤੇ ਔਰ ਲੜਿਆ। ਕਿੰਨਾ ਲੜਿਆ? ਜਿੱਤਿਆ ਤਾਂ HKL ਭਗਤ, ਲੇਕਿਨ ਲੜਿਆ ਕਿੰਨਾ? ਸਿੱਖ ਪੰਥ, ਸਿੱਖ ਜਗਤ ਦੇ ਖਾਂਦੇ ਪੀਂਦੇ ਲੋਕ, ਸਿੱਖ ਪੰਥ ਦੇ ਵੱਡੇ ਵੱਡੇ ਇੰਡਸਟਰੀਲਿਸਟ, ਸਿੱਖ ਪੰਥ ਦੇ NRI, ਸਿੱਖ ਪੰਥ ਦੇ ਸਾਰੇ ਖਾਂਦੇ ਪੀਂਦੇ ਜਿਨ੍ਹਾਂ ਕੋਲ ਵਪਾਰ ਵੀ ਆ, ਜ਼ਮੀਨ ਵੀ ਆ, ਹਥਿਆਰ ਵੀ ਆ। ਸਾਡੇ ਗਰੀਬਾਂ ਕੋਲ ਕੀ ਆ? ਸਾਡੇ ਕੋਲ ਤਾਂ ਟੁੱਟਿਆ ਸਾਈਕਲ ਅਸੀਂ ਲੜ ਰਹੇ ਆ। ਸਾਡੇ ਕੋਲ ਕੀ ਆ? ਫਿਰ ਤੁਸੀਂ ਸਿੱਖ ਜਿਹੜਾ ਆ ਤੇ ਆਪਣੇ ਆਪ ਨੂੰ ਵੱਖਰਾ ਕਰਕੇ ਕਿਉਂ ਵੇਖਣ ਲੱਗ ਪੈਂਦੇ ਹੋ? ਸਾਡੇ ਕੋਲ ਕੀ ਆ? ਕਿਉਂਕਿ ਸਿੱਖੀ ਭੇਖ ਨਹੀਂ ਹੈ, ਸਿੱਖੀ ਸੋਚ ਦਾ ਨਾਮ ਹੈ। ਉਹ ਸੋਚ ਨੂੰ ਲੈ ਕੇ ਜਿਹੜਾ ਵੀ ਚੱਲੇ ਕੋ ਸਿੱਖ। ਕਿਉਂਕਿ ਜਦੋਂ ਕਾਂਸ਼ੀ ਰਾਮ ਸਾਹਿਬ ਨੇ HKL ਭਗਤ ਦੇ ਖਿਲਾਫ ਕਾਗਜ਼ ਭਰੇ, ਤਾਕਤ ਕਿੱਡੀ ਸੀ ਸਾਹਿਬ ਦੀ। ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਜਨਤਾ ਦਲ ਤੋਂ ਵਿਸ਼ਵਨਾਥ ਪ੍ਰਤਾਪ ਸਿੰਘ, BP ਸਿੰਘ, ਤੇ ਉਹਦੇ ਕੈਂਡੀਡੇਟ ਨੂੰ ਉੱਥੋਂ 37,000 ਵੋਟ ਪਈ। ਜਿਸ ਪਾਰਟੀ ਦਾ ਪ੍ਰਧਾਨ ਮੰਤਰੀ ਬਣਿਆ ਉਹਨੂੰ ਪਈ 37,000 ਵੋਟ, ਤੇ ਜਿਹੜਾ ਸਿੱਖਾਂ ਲਈ ਲੜਿਆ, ਜਿਹੜਾ ਇਸ ਦੇਸ਼ ਦੀ ਦਬੀ ਕੁਚਲੀ ਜਮਾਤ ਲਈ ਲੜਿਆ, ਉਹਨੂੰ ਵੋਟ ਪਈ 81,000 ਤੋਂ ਜ਼ਿਆਦਾ। ਕੀ ਬਾਤ ਹੈ! 81,000 ਤੋਂ ਜ਼ਿਆਦਾ। ਕੋਲ ਧੇਲਾ, ਕੋਲ ਕੋਈ ਧੇਲਾ ਨਹੀਂ। ਇਹ ਸਾਹਿਬ ਕਾਂਸ਼ੀ ਰਾਮ ਉਹ ਕਹਿੰਦਾ ਸੀ ਮੇਰਾ ਚੋਣ ਮੈਨੀਫੈਸਟੋ ਸ਼੍ਰੀ ਗੁਰੂ ਗ੍ਰੰਥ ਸਾਹਿਬ। ਜਿਵੇਂ ਇਹ ਵੀ ਗੱਲ ਸਮਝ ਦੇ ਵਿੱਚ ਲੱਗ ਗਈ ਵੀ ਉਹਨਾਂ ਨੇ ਕਿਹਾ ਵੀ ਮੇਰਾ ਚੋਣ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬ ਜੀ। ਦੂਜਾ ਜਿਵੇਂ ਬੀਬੀ ਬਿਮਲ ਕੌਰ ਜੀ ਨੂੰ ਇਲੈਕਸ਼ਨ ਲੜਾਇਆ, ਜਿਤਾਇਆ, ਜਿੱਥੇ ਪੰਥਕ ਧਿਰਾਂ ਦੇ ਖੜੇ ਉੱਥੇ ਉਹਨਾਂ ਨੇ ਆਪਣਾ ਕੈਂਡੀਡੇਟ ਵੀ ਨਹੀਂ ਦਿੱਤਾ। ਇੱਕ ਤੁਸੀਂ ਫਿਰ ਅਗਲੀ ਗੱਲ ਕੀਤੀ ਵੀ HKL ਭਗਤ ਦੇ ਖਿਲਾਫ ਜਾ ਕੇ ਉੱਥੇ ਇਲੈਕਸ਼ਨ ਲੜਿਆ, ਜਿਹੜਾ 84 ਨਵੰਬਰ ਦੇ ਸਿੱਖਾਂ ਦਾ ਰੱਜ ਕੇ ਕਾਤਲ ਕਹਿ ਸਕਦੇ ਆ। ਪਰ ਇੱਕ ਤੁਸੀਂ ਸ਼ਬਦ ਹੋਰ ਵਰਤਿਆ ਸੀ, ਮੈਂ ਚਾਹੁੰਦਾ ਕਿ ਉਹਦਾ ਖੁਲਾਸਾ ਹੋ ਜਾਵੇ। ਤੁਸੀਂ ਕਿਹਾ ਸੀ ਵੀ ਜਿਹੜਾ ਸਿੱਖਾਂ ਦਾ ਨੀਲਾ ਝੰਡਾ ਲੈ ਕੇ ਪੂਰੇ ਵਿਸ਼ਵ ਦੇ ਵਿੱਚ ਫਿਰੇ ਹੈ, ਉਹ ਕੀ ਹੈ? ਦੇਖੋ, ਸਾਹਿਬ ਕਾਂਸ਼ੀ ਰਾਮ ਜੀ ਨੇ, ਬਾਬਾ ਸਾਹਿਬ ਅੰਬੇਡਕਰ ਨੇ ਨੀਲਾ ਝੰਡਾ ਔਰ ਹਾਥੀ ਰੱਖਿਆ ਚੋਣ ਨਿਸ਼ਾਨ ਜੀ। ਇਹੀ ਨੀਲਾ ਝੰਡਾ ਦਸ਼ਮੇਸ਼ ਪਿਤਾ ਨੇ ਵੀ ਖੜਾ ਕੀਤਾ ਸੀ। ਨੀਲਾ ਬਾਣਾ, ਨੀਲਾ ਘੋੜਾ, ਇਹ ਕਿਹਾ ਸੀ। ਲੇਕਿਨ ਸਿੱਖ ਪੰਥ ਨੀਲੇ ਤੋਂ ਦੂਰ ਹੋ ਗਿਆ। ਸਿੱਖ ਪੰਥ ਨੀਲੇ ਰੰਗ ਤੋਂ ਦੂਰ ਹੋ ਗਿਆ। ਹਾਲਾਂਕਿ ਸਰੋਪਿਆਂ ਦੇ ਰੂਪ ਚ ਕਿਤੇ ਕਿਤੇ ਨਜ਼ਰ ਆ ਜਾਂਦਾ, ਲੇਕਿਨ ਉਹ ਕਿਸੇ ਨਾ ਕਿਸੇ ਰੂਪ ਚੋਂ ਦੂਰੀ ਸਿੱਖ ਪੰਥ ਨੂੰ ਖਤਮ ਕਰਨੀ ਚਾਹੀਦੀ ਹੈ। ਨੀਲੇ ਰੰਗ ਨੂੰ ਛੂਤ ਨਹੀਂ ਮੰਨਣਾ ਚਾਹੀਦਾ, ਨੀਲੇ ਝੰਡੇ ਨੂੰ ਛੂਤ ਨਹੀਂ ਮੰਨਣਾ ਚਾਹੀਦਾ। ਜਦੋਂ ਸਾਹਿਬ ਕਾਂਸ਼ੀ ਰਾਮ ਜੀ ਨੇ ਪਲਾਨਿੰਗ ਬਣਾਈ, ਸਿੱਖਾਂ ਦਾ ਅੱਜ ਦੁਸ਼ਮਣ ਕੌਣ ਹੈ ਪੰਜਾਬ 'ਚ? ਕਾਂਗਰਸ। ਸਿੱਖ ਧਰਮ ਨੂੰ ਖਤਮ ਕੌਣ ਕਰ ਰਹੀ? ਭਾਜਪਾ। ਇਹਨਾਂ ਦੋਹਾਂ ਪਾਰਟੀਆਂ ਦੀ ਰੀੜ੍ਹ ਦੀ ਹੱਡੀ ਨੂੰ ਕੌਣ ਤੋੜ ਰਹੀ ਆ? BSP। ਤੇ BSP ਦੋਸਤ ਹੋਈ ਕਿ ਦੁਸ਼ਮਣ ਹੋਈ? ਜਿਹੜੀ ਸਿੱਖਾਂ ਦੇ ਦੁਸ਼ਮਣ ਨੂੰ ਕਮਜ਼ੋਰ ਕਰੇ ਉਹ BSP। ਤੇ ਫਿਰ BSP ਦੋਸਤਾਂ ਦੀ ਲਿਸਟ ਹੋਣੀ ਚਾਹੀਦੀ ਕਿ ਦੁਸ਼ਮਣਾਂ ਦੀ? ਫਿਰ ਸਾਹਿਬ ਕਾਂਸ਼ੀ ਰਾਮ ਸਾਈਕਲ ਤੇ ਚੜ੍ਹਦਾ ਔਰ ਪੂਰੇ ਦੇਸ਼ ਦੇ ਸਿੱਖਾਂ ਨੂੰ ਕਹਿ ਰਿਹਾ, ਕਾਨਪੁਰ ਦੇ ਸਿੱਖਾਂ ਨੂੰ, ਦਿੱਲੀ ਦੇ ਸਿੱਖਾਂ ਨੂੰ, ਪੀਲਭੀਤ ਦੇ ਸਿੱਖਾਂ ਨੂੰ, ਪਟਨਾ ਸਾਹਿਬ ਦੇ ਸਿੱਖਾਂ ਨੂੰ, ਨੰਦੇੜ ਸਾਹਿਬ ਦੇ ਸਿੱਖਾਂ ਨੂੰ ਸਾਈਕਲ ਤੇ ਚੜ੍ਹ ਕੇ ਯਾਤਰਾ ਚਲਾਉਂਦਾ। 45 ਦਿਨ ਯਾਤਰਾ ਚੱਲੀ ਕਿ ਸਿੱਖ ਸਮਾਜ ਦਾ ਹਿੱਤ, ਬਹੁਜਨ ਸਮਾਜ ਨਾਲ ਸੁਰੱਖਿਅਤ। ਤਾਂ ਇਸ ਤੋਂ ਪਰੇ ਬਸਪਾ ਕਿਆ ਕਰ ਸਕਦੀ ਹੈ? ਔਰ ਰਾਸ਼ਟਰੀ ਪਾਰਟੀ ਦਿੱਤੀ ਪੰਜਾਬ ਨੂੰ ਜੀ। ਇਸ ਤੋਂ ਪਰੇ ਜਿਹੜੇ ਨੈਸ਼ਨਲ ਪਾਰਟੀ ਦਾ ਮੁਕਾਬਲਾ ਖੇਤਰੀ ਪਾਰਟੀ ਕਰੂਗੀ। ਜੇ ਨੈਸ਼ਨਲ ਪਾਰਟੀ ਦਾ ਮੁਕਾਬਲਾ ਖੇਤਰੀ ਪਾਰਟੀ ਨੇ ਕਰਨਾ ਹੁੰਦਾ ਤੇ ਅਕਾਲੀ ਦਲ ਕਰ ਲੈਂਦਾ। PPP ਜੰਮੀ ਸੀ ਤੇ ਕਾਂਗਰਸ ਚ ਖਤਮ, ਮਰਜ ਹੋ ਗਈ। ਤੇ BSP ਜਿਨ੍ਹਾਂ ਨੇ ਬਣਾਈ, ਭੈਣ ਕੁਮਾਰੀ ਮਾਇਆਵਤੀ ਜਦ ਚਲਾਉਂਦੇ ਆ, ਇਦਾਂ ਦਾ ਸਿਸਟਮ, ਇਦਾਂ ਦਾ ਅਰੇਂਜਮੈਂਟ ਖੜਾ ਕੀਤਾ ਆ ਸਾਹਿਬ ਕਾਂਸ਼ੀ ਰਾਮ ਜੀ ਨੇ। ਅੱਜ ਭੈਣ ਕੁਮਾਰੀ ਮਾਇਆਵਤੀ ਜੀ ਇੱਕ ਔਰਤ ਵਰਗ ਚੋਂ ਆਉਂਦੀ ਆ ਔਰ ਬਾਬੇ ਨਾਨਕ ਦੀ ਗੱਲ ਮੰਨ ਕੇ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਜਾਨ, ਸਾਹਿਬ ਕਾਂਸ਼ੀ ਰਾਮ ਪੰਜਾਬ ਦੀ ਇਸ ਕਲਚਰ ਨੂੰ, ਇਸ ਆਦੇਸ਼ ਨੂੰ, ਬਾਬੇ ਨਾਨਕ ਦੇ ਨੂੰ UP 'ਚ ਪੂਰਾ ਕਰਕੇ ਦਿਖਾਉਂਦਾ।
ਨਹੀਂ ਮੈਨੂੰ ਦੱਸੋ ਜਿਹੜੇ ਬਾਬੇ ਨਾਨਕ ਦੇ ਪੰਥ ਦਾ ਠੇਕੇਦਾਰ ਬਣੇ ਆ, ਇਹਨਾਂ ਨੇ ਕਿਹਨੇ ਔਰਤ ਨੂੰ ਸਿਰ ਦਾ ਤਾਜ ਬਣਾਇਆ? ਸਭ ਕਾਂਸ਼ੀ ਰਾਮ ਨੇ ਬਣਾਇਆ। ਭੈਣ ਕੁਮਾਰੀ ਮਾਇਆਵਤੀ ਜੀ ਨੂੰ ਮੁੱਖ ਮੰਤਰੀ ਨਹੀਂ ਬਣਾਇਆ, ਨੈਸ਼ਨਲ ਪਾਰਟੀ ਦਾ ਉੱਤਰਾਧਿਕਾਰੀ ਵੀ ਥਾਪਿਆ। ਪਰ ਇੱਕ ਮਨ 'ਚ ਸਵਾਲ ਆ ਰਿਹਾ ਆ, ਜਿਵੇਂ ਤੁਸੀਂ ਬੜੇ ਸੁੰਦਰ ਢੰਗ ਨਾਲ ਜਾਣਕਾਰੀਆਂ ਦੇ ਰਹੇ ਹੋ ਔਰ ਕਾਫੀ ਇੰਜ ਕਹਿ ਸਕਦੇ ਹਾਂ ਵੀ ਜਾਣਕਾਰੀਆਂ ਕੱਲੀਆਂ ਕਿਤਾਬੀ ਨਹੀਂ ਹੈ, ਉਹ ਖੰਡਾਈਆਂ ਹੋਈਆਂ ਜਾਣਕਾਰੀਆਂ ਨੇ। ਕਾਂਸ਼ੀ ਰਾਮ ਜੀ ਪੰਜਾਬ ਦੇ ਵਿੱਚੋਂ ਉੱਠ ਕੇ ਭਾਰਤ ਦੇ ਵਿੱਚ ਵਿਚਰਦੇ ਨੇ, ਜਦ ਕਿ ਯੂਪੀ ਦੇ ਵਿੱਚ ਉਹਨਾਂ ਨੇ ਆਪਣੀ ਸਰਕਾਰ ਬਣਾਈ। ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਆਸਾਨ ਸੀ ਜਾਂ ਯੂਪੀ ਦੇ ਵਿੱਚ? ਪੰਜਾਬ ਦੇ ਵਿੱਚ ਕਿਉਂ ਨਹੀਂ ਸਰਕਾਰ ਬਣਾਈ ਗਈ? ਦੇਖੋ, ਜਦੋਂ 89 ਦਾ ਰਿਜ਼ਲਟ ਆਇਆ, ਸਾਹਿਬ ਨੇ ਕਾਂਗਰਸ ਦੀ ਰੀੜ੍ਹ ਦੀ ਹੱਡੀ ਜਦੋਂ ਸ਼ਡਿਊਲ ਕਾਸਟ ਬਾਹਰ ਕੱਢਿਆ, ਬੈਕਵਰਡ ਬਾਹਰ ਕੱਢਿਆ, ਸਿੱਖ ਹਰ ਸੀਟ ਤੋਂ ਜਿੱਤਿਆ। ਰੋਪੜ ਚੋਂ ਸਾਹਿਬ ਕਾਂਸ਼ੀ ਰਾਮ ਨੇ ਰੀੜ੍ਹ ਦੀ ਹੱਡੀ ਜਦੋਂ ਬਾਹਰ ਕੱਢੀ, ਬੀਬੀ ਬਿਮਲ ਕੌਰ ਖਾਲਸਾ ਜਿੱਤ ਗਈ। ਜਦੋਂ ਪਟਿਆਲਿਓਂ ਕੱਢੀ, ਅਤਿੰਦਰਪਾਲ ਜਿੱਤ ਗਿਆ। ਜਦੋਂ ਫਰੀਦਕੋਟ ਚੋਂ ਕੱਢੀ, ਮੈਨੂੰ ਲੱਗਦਾ ਸ਼ਾਇਦ ਉਧਰੋਂ ਸ਼ਾਇਦ ਮੰਡ ਨਾ ਖੜਾ ਹੋਵੇ। ਇਹ ਸਾਰੇ ਜਿੱਤਣ ਲੱਗ ਪਏ। ਜਦੋਂ ਇਹ ਜਿੱਤਣ ਲੱਗ ਪਏ, ਅਗਲਾ ਇਲੈਕਸ਼ਨ ਪੰਜਾਬ ਦੀ ਸੱਤਾ ਦਾ ਸੀ, 91 ਦਾ, 91-92 ਅਗਲਾ ਇਲੈਕਸ਼ਨ ਪੰਜਾਬ ਦੀ ਸੱਤਾ ਦਾ ਸੀ। ਔਰ ਰਿਜ਼ਲਟ ਕੀ ਆਇਆ ਸੀ ਕਿ ਜਦੋਂ ਦਲਿਤ ਔਰ ਸਿੱਖ ਨੇ ਧੁਰਵੀਕਰਨ ਬਣਾਇਆ, ਜਦੋਂ ਦਲਿਤ ਔਰ ਸਿੱਖ ਨੇ ਟੇਬਲ ਟਾਕ ਕਰਕੇ ਯੋਜਨਾ ਬਣਾਈ, ਬਹੁਜਨ ਕੰਪਲੀਟ ਹੋ ਜਾਂਦਾ ਹੈ। ਦਲਿਤ ਔਰ ਸਿੱਖ ਜੁੜਦਾ, ਕੀ ਬਾਤ ਹੈ। ਜਦੋਂ ਦਲਿਤ ਔਰ ਸਿੱਖ ਜੁੜਦਾ ਉਦੋਂ ਬਹੁਜਨ ਕੰਪਲੀਟ ਹੋ ਜਾਂਦਾ। ਜਦੋਂ ਬਹੁਜਨ ਕੰਪਲੀਟ ਹੋਇਆ, ਕਾਂਗਰਸ 2 ਸੀਟਾਂ ਕਦੀ ਨਹੀਂ ਅੱਗੇ ਕਿਸੇ ਨੇ ਕਰਕੇ ਦੱਸੀ ਜੀ, ਕਾਂਗਰਸ 2 ਸੀਟਾਂ ਤੇ ਸਿਮਟ ਗਈ। ਔਰ ਮੈਂ ਉਹ 99 ਦਾ ਡਾਟਾ ਮੋਰੇ ਰੱਖਿਆ ਕਿ ਜੇ ਬਸਪਾ ਨਾ ਲੜਦੀ, ਨੰਬਰ ਆਫ ਬਸਪਾ ਦੇ ਵੋਟ ਜੇ ਕਾਂਗਰਸ ਜੋੜ ਦਿੱਤੇ ਜਾਂਦੇ, ਤਾਂ ਸਿੱਖ ਧਿਰਾਂ ਹਰਮੰਦਰ ਸਾਹਿਬ ਨੂੰ ਹਮਲਾ ਕਰਾ ਕੇ, ਅਕਾਲ ਤਖਤ ਨੂੰ ਢਵਾ ਕੇ 4 ਐਮਪੀਆਂ 5 ਐਮਪੀਆਂ ਤੋਂ ਵੱਧ ਨਹੀਂ ਸੀ ਜਿੱਤਦੇ। ਨਹੀਂ, ਡਾਟਾ ਕੱਢ ਲਿਓ। ਜੇ ਬੀਐਸਪੀ ਨੂੰ ਮਾਈਨਸ ਕਰ ਦਿੱਤਾ ਜਾਵੇ, ਉਹ ਵੋਟ ਕਿੱਥੇ ਜਾਣੀ? ਕਾਂਗਰਸ 'ਚ। ਤੇ ਜੇ ਕਾਂਗਰਸ 'ਚੋਂ ਵੋਟ ਜਾਂਦੀ ਆ, ਤੇ 99 ਦਾ ਡਾਟਾ ਕੱਢ ਕੇ ਦੇਖ ਲਿਓ, 4-5 ਐਮਪੀਆਂ ਤੋਂ ਵੱਧ ਨਹੀਂ ਸੀ ਜਿੱਤਦੇ। ਔਰ ਕਾਂਗਰਸ ਫਿਰ ਵੱਡੀ ਧਿਰ ਬਣ ਕੇ ਨਿਕਲਦੀ ਸੀ। ਜਿਵੇਂ ਤੁਸੀਂ ਗੱਲ ਕੀਤੀ ਵੀ 91 ਦੇ ਵਿੱਚ ਅੱਗੇ ਇੱਕ ਜੁੜਦਾ ਹੈ, 92 ਦੇ ਵਿੱਚ ਬਾਈਕਾਟ ਹੋ ਜਾਂਦਾ ਹੈ। ਜਦੋਂ 92 ਦੇ ਵਿੱਚ ਬਾਈਕਾਟ ਹੋ ਗਿਆ, 92 'ਚ ਸੱਤਾ ਦੀ ਜੰਗ ਲੱਗਣੀ ਸੀ ਪੰਜਾਬ ਦੀ। 92 'ਚ ਲੋਕ ਸਭਾ ਦਾ ਇੰਡੀਆ ਦਾ ਲੇਟ ਇਲੈਕਸ਼ਨ ਪੰਜਾਬ 'ਚ ਇੱਥੇ ਲੇਟ ਹੋਇਆ, ਲੋਕ ਸਭਾ ਦਾ ਵੀ ਇੱਥੇ, ਰਾਜ ਸਭਾ ਵਿਧਾਨ ਸਭਾ ਦਾ ਵੀ। ਜਿਹੜਾ ਜਦੋਂ ਇਹ ਇਲੈਕਸ਼ਨ ਹੋਇਆ, ਸਿੱਖ ਧਿਰਾਂ ਬਾਈਕਾਟ ਕਰ ਗਈਆਂ। ਜਿਹੜਾ ਬਹੁਜਨ 99 'ਚ ਬਣਿਆ ਸੀ, ਚਾਹੇ ਉਹ ਇੱਕ ਝੰਡੇ ਥੱਲੇ ਨਹੀਂ ਸੀ ਬਣਿਆ, ਲੇਕਿਨ ਉਹ ਬਹੁਜਨ 'ਚ ਇਕੱਲਾ ਹੀ ਦਲਿਤ ਰਹਿ ਗਿਆ। ਜਦੋਂ ਇਕੱਲਾ ਹੀ ਦਲਿਤ ਰਹਿ ਗਿਆ, ਸਿੱਖ ਲੜਨ ਤੋਂ ਬਾਈਕਾਟ ਕਰ ਗਏ ਤੇ ਰਿਜ਼ਲਟ ਆਇਆ, ਕਾਂਗਰਸ ਮੁੜ ਕੇ ਸੱਤਾ 'ਚ ਆ ਗਈ। ਔਰ ਜਿਹੜੀ ਹੱਡੀ ਤੋੜੀ ਸੀ, ਹਾਂ ਬਿਲਕੁਲ, ਉਹ ਮੁੜ ਕੇ ਸੱਤਾ 'ਚ ਆ ਗਏ। ਔਰ ਬਹੁਜਨ ਸਮਾਜ ਪਾਰਟੀ ਵੱਡੀ ਧਿਰ ਬਣ ਕੇ ਨਿਕਲੀ, ਵਿਰੋਧੀ ਧਿਰ ਬਣ ਕੇ ਨਿਕਲੀ, ਦੂਜੇ ਨੰਬਰ ਦੀ ਪਾਰਟੀ ਬਣ ਕੇ ਨਿਕਲੀ ਪੰਜਾਬ 'ਚ। ਹੁਣ ਮੇਰਾ ਸਵਾਲ ਹੈ, ਇੱਕ ਮੰਥਨ ਹੈ ਮੱਖੂ ਸਾਹਿਬ ਤੁਹਾਡੇ ਮਾਧਿਅਮ ਤੋਂ, ਪੰਜਾਬੀ ਕਰਨ, ਸਿੱਖ ਬੁੱਧੀਜੀਵੀ ਕਰਨ, ਸਿੱਖ ਪ੍ਰਚਾਰ ਕਰਨ, ਜੇ ਉਹ ਬਾਈਕਾਟ ਨਾ ਕਰਦੇ ਉਸ ਜ਼ਮਾਨੇ 'ਚ, ਕਿਆ KPS ਗਿੱਲ ਔਰ ਬੇਅੰਤ ਸਿੰਘ ਉਹ ਜੰਮਦਾ ਪੰਜਾਬ 'ਚ? ਜੇ ਉਹ ਨਾ ਜੰਮਦੇ ਦੋਏ, ਜੇ ਉਹ ਨਾ ਜੰਮਦੇ ਦੋਏ, ਤੇ ਪੰਜਾਬ ਦੇ ਵਿੱਚ ਜਿਹੜਾ 91 ਤੋਂ ਲੈ ਕੇ 94 ਤੱਕ 3 ਸਾਲ ਘਾਣ ਹੋਇਆ, ਜਸਵੰਤ ਸਿੰਘ ਖਾਲੜੇ ਵਰਗੇ ਜਿਹੜੇ ਉਹ ਦਰਦੀ ਲੋਕ ਸੀ, ਜਿਨ੍ਹਾਂ ਨੇ ਐਡਾ ਘੱਲੂਕਾਰਾ ਲੋਕਾਂ ਸਾਹਮਣੇ ਲਿਆਂਦਾ, ਮਾਤਰ 2-3 ਜ਼ਿਲ੍ਹਿਆਂ ਦਾ, ਤੇ ਉਹਨਾਂ ਨੂੰ ਵੀ ਸ਼ਹੀਦੀਆਂ ਨਾ ਪਾਉਣੀਆਂ ਪੈਂਦੀਆਂ। ਤੇ ਸਿੱਖ ਪੰਥ ਨੂੰ, ਸਿੱਖ ਬੁੱਧੀਜੀਵੀਆਂ ਨੂੰ, ਸਿੱਖ ਪ੍ਰਚਾਰਕਾਂ ਨੂੰ ਇਹ ਗੱਲਾਂ ਆਪਣੀ ਜਿਹੜਾ ਧੌਣ ਚੋਂ ਸਰੀਆ ਆ ਉੱਚੀ ਜਾਤ ਵਾਲਾ, ਉਹ ਬਾਹਰ ਕੱਢ ਕੇ ਰੱਖ ਕੇ ਗੁਰੂ ਦੇ ਨਿਮਾਣੇ ਸਿੱਖ ਬਣ ਕੇ ਅੱਜ ਬਹੁਜਨ ਸਮਾਜ ਪਾਰਟੀ ਸੱਦਾ ਦਿੰਦੀ ਆ ਪੰਜਾਬ ਦੇ ਹਿੱਤ ਵਿੱਚ, ਪੰਜਾਬੀਆਂ ਦੇ ਹਿੱਤ ਵਿੱਚ, ਸਿੱਖ ਪ੍ਰਚਾਰਕਾਂ ਨੂੰ ਸੱਦਾ ਦਿੰਦੀ ਆ, ਸਿੱਖ ਬੁੱਧੀਜੀਵੀਆਂ ਨੂੰ ਸੱਦਾ ਦਿੰਦੀ ਆ। ਪੰਜਾਬੀ ਜਿਹੜੇ ਚੰਗੇ ਪੰਜਾਬੀ ਨੇ, ਜਿਹੜੇ ਪੰਜਾਬੀਅਤ ਦੀ ਹਿੱਤ ਦੀ ਸੋਚ ਰੱਖਦੇ ਨੇ, ਉਹਨੂੰ ਸੱਦਾ ਦਿੰਦੀ ਆ। ਉਹ ਲੋਕੋ, ਇਹ ਤੁਹਾਡੇ ਘਰ ਦੀ ਪਾਰਟੀ ਆ ਬਹੁਜਨ ਸਮਾਜ ਪਾਰਟੀ। ਤੁਸੀਂ ਖੇਤਰੀ ਪਾਰਟੀ ਨੂੰ ਰੋਂਦੇ ਹੋ, ਬੀਐਸਪੀ ਤੁਹਾਨੂੰ ਰਾਸ਼ਟਰੀ ਪਾਰਟੀ ਦਿੰਦੀ ਆ। ਰਾਸ਼ਟਰੀ ਪਾਰਟੀ ਤਾਂ ਸਾਰਿਆਂ ਦਾ ਅਸੀਂ ਤਾਂ ਜੀ ਆਇਆਂ ਕਰਦੇ ਹਾਂ। ਅਸੀਂ ਤੜਫ ਰਹੇ ਹਾਂ ਇਸ ਗੱਲ ਦੇ ਲਈ, ਪੰਜਾਬ ਲਈ ਤੜਫ ਰਹੇ ਹਾਂ ਅਸੀਂ, ਔਰ ਅਸੀਂ ਕੁਝ ਕਰਨਾ ਚਾਹੁੰਦੇ ਹਾਂ ਪੰਜਾਬ ਲਈ। ਸਾਨੂੰ ਪੰਜਾਬੀਆਂ ਦਾ ਸਾਥ ਚਾਹੀਦਾ, ਸਾਨੂੰ ਚੰਗੇ ਦਰਦੀ ਲੋਕਾਂ ਦਾ ਸਾਥ ਚਾਹੀਦਾ। ਅਸੀਂ ਤਬਦੀਲੀ ਕਰ ਸਕਦੇ ਹਾਂ, ਅਸੀਂ ਕਰਾਂਗੇ ਤਬਦੀਲੀ। ਲੋਕੋ ਸਾਡਾ ਸਾਥ ਦਿਓ ਜੀ। ਜੇ 1992 ਦੇ ਵਿੱਚ ਇਲੈਕਸ਼ਨ ਹੋ ਜਾਂਦਾ, ਸਰਕਾਰ ਕਿਹਦੀ ਬਣਦੀ? ਮੁੱਖ ਮੰਤਰੀ ਅੰਮ੍ਰਿਤਧਾਰੀ ਹੁੰਦਾ, ਜਿਹੜਾ ਸਿੱਖਾਂ ਨੂੰ ਨਹਿਰਾਂ ਦੇ ਕੰਢਿਆਂ ਤੇ ਗੋਲੀਆਂ ਮਾਰਦਾ ਸੀ, ਰਾਤਾਂ ਦੇ ਹਨੇਰਿਆਂ 'ਚ ਗੋਲੀਆਂ ਮਾਰਦਾ ਸੀ,
ਜਿਹੜਾ ਸਿੱਖਾਂ ਨੂੰ ਥਾਣਿਆਂ 'ਚ ਖੜ ਕੇ ਚੱਡੇ ਪਾੜਦਾ ਸੀ, ਜਿਹੜਾ ਸਿੱਖਾਂ ਦੀਆਂ ਧੀਆਂ ਭੈਣਾਂ ਬੇਪਤ ਕਰਦਾ ਸੀ, ਉਹ ਮੁੱਖ ਮੰਤਰੀ ਕਦੀ ਨਾ ਹੁੰਦਾ, ਉਹ ਸਰਕਾਰ ਕਦੀ ਨਾ ਆਉਂਦੀ ਪੰਜਾਬ 'ਚ ਜੇ ਸਿੱਖ ਬਾਈਕਾਟ ਨਾ ਕਰਦੇ। ਪਰ ਬਾਈਕਾਟ ਵੇਲੇ ਤੁਹਾਡੀ ਪਾਰਟੀ ਨੇ ਕੋਈ ਕਿਹਾ ਨਹੀਂ ਵੀ ਬਾਈਕਾਟ ਨਹੀਂ ਕਰਨਾ ਚਾਹੀਦਾ, ਕਿਉਂਕਿ ਉਦੋਂ ਬਾਬੂ ਕਾਸ਼ੀ ਰਾਮ ਜੀ ਵਰਗੀਆਂ ਸ਼ਖਸੀਅਤਾਂ ਸੀ, ਸਿਆਣੇ ਲੋਕ ਸੀ, ਔਰ ਜਿਨ੍ਹਾਂ ਦੀ ਗੱਲ ਨੂੰ ਬਾਬਾ ਜਰਨੈਲ ਸਿੰਘ ਜੀ ਵੀ ਸੁਣਦੇ ਹੁੰਦੇ ਸਨ, ਬਾਬਾ ਜੋਗਿੰਦਰ ਸਿੰਘ ਜੀ ਵੀ ਸੁਣਦੇ ਹੁੰਦੇ ਸਨ। ਕੀ ਗੱਲ ਉਹਨਾਂ ਨੇ ਉਸ ਸਮੇਂ ਕੋਈ ਸੁਝਾਅ ਨਾ ਦਿੱਤਾ? ਆਪੇ ਫਥੜੀਏ ਬਚਾਵੇ ਕੌਣ, ਜਦੋਂ ਫਸੀ ਆਪ ਗਏ, ਜਦੋਂ ਤੱਕ ਆਪਾਂ। ਪਰ ਇੱਕ ਮੇਰੀ ਚੀਜ਼ ਬਾਰ-ਬਾਰ ਜ਼ਿਹਨ ਦੇ ਵਿੱਚ ਘੁੰਮਦੀ ਪਈ ਹੈ, 1992 ਦਾ ਬਾਈਕਾਟ ਕੀਤਾ ਕਿਉਂ? ਇਹਦਾ ਜਵਾਬ ਕੀ ਲੱਭਦਾ ਪਿਆ ਸੀ ਸਾਨੂੰ? ਸਿੱਖ ਤਰ੍ਹਾਂ ਦੇਣਗੇ। ਇਤਿਹਾਸ ਪ੍ਰੇਰਨਾ ਦਿੰਦਾ, ਜੋ ਪਿੱਛੇ ਗਲਤੀ ਹੋਈ ਆ ਆਪਾਂ ਉਹਦੇ ਪੜਚੋਲ 'ਚ ਨਾ ਪੈ ਕੇ ਗਾਹਾਂ ਨੂੰ ਸਬਕ ਲਈਏ। ਦਸ਼ਮੇਸ਼ ਪਿਤਾ ਨਾਲੋਂ ਵੱਧ ਅਕਲਮੰਦ ਪੰਜਾਬੀ ਦੱਸੋ ਕਿਹੜਾ ਮੈਨੂੰ? ਉਹ ਕਹਿੰਦਾ ਲੋਕੋ ਜੇ ਇਹ ਜੰਗ ਲੜਨੀ ਆ, ਇਨ ਗਰੀਬ ਸਿੱਖਣ ਕੋ ਦੂੰ ਪਾਤਸ਼ਾਹੀ, ਖੜੋ ਇਹਨਾਂ ਦੇ ਨਾਲ। ਬਾਬੇ ਨਾਨਕ ਨਾਲੋਂ ਕਿਹੜਾ ਬੁੱਧੀਜੀਵੀ ਜਿਹੜਾ ਜੀਵਨ ਦੇ 21 ਸਾਲ ਦੇਸ਼ ਵਿਦੇਸ਼ ਸਊਦੀ ਅਰਬ ਤੱਕ ਤੁਰ ਕੇ ਚਲਾ ਗਿਆ, ਤੇ ਉਹ ਕਹਿੰਦਾ ਸੀਗਾ ਜਿੱਥੇ ਨੀਚ ਸਮਾਲੀਅਨ ਤਿੱਤੇ ਨਦਰ ਤੇਰੀ ਬਖਸ਼ੀਸ਼। ਅੱਜ ਸਿੱਖ ਧਰਮ ਨਦਰ ਭਾਲਦਾ ਆ, ਇਹਨਾਂ ਨੂੰ ਹੱਕ ਅਧਿਕਾਰ ਮਿਲ ਜਾਣ। ਤੇ ਤੁਸੀਂ ਫੇਰ ਦੋ ਚੀਜ਼ਾਂ ਨੂੰ ਵੱਖੋ ਵੱਖਰਾ ਕਰਕੇ ਕਿਉਂ ਵੇਖਦੇ ਪਏ ਹੋ? ਉਹਦਾ ਕਾਰਨ ਹੈ, ਉਹਦਾ ਕਾਰਨ ਹੈ ਅਲੱਗ ਹੀ ਹੈ। ਇੱਕ ਗੜੀ ਸਾਹਿਬ, ਇਹ ਦੇਖੋ ਤੁਸੀਂ ਸਿੱਖ ਇਤਿਹਾਸ ਨੂੰ ਵੀ ਬੜੀ ਚੰਗੀ ਤਰ੍ਹਾਂ ਪੜ੍ਹਿਆ, ਇਹ ਸਾਡਾ ਪੰਜਾਬ ਵਾਸੀਆਂ ਦਾ ਗੁੱਡ ਲੱਕ ਹੈ ਕਿ ਬੀਐਸਪੀ ਦਾ ਪ੍ਰਧਾਨ ਉਹ ਹੈ ਜਿਹੜਾ ਸਿੱਖ ਸੰਘਰਸ਼ ਨੂੰ ਚੰਗੀ ਤਰ੍ਹਾਂ ਵੇਖ ਚੁੱਕਾ ਹੈ, ਸਿੱਖ ਹਿਸਟਰੀ ਨੂੰ, ਗੁਰਬਾਣੀ ਨੂੰ ਪੜ੍ਹ ਚੁੱਕੇ ਹੈ, ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਅਗਵਾਈ ਲਈ ਆਏ ਆ। ਇਹ ਮੈਂ ਪੰਜਾਬੀ ਲੋਕਾਂ ਦੀ ਚੰਗੀ ਕਿਸਮਤ ਕਹਾਂਗਾ। ਪਰ ਕੁਝ ਕੁ ਜਿਹੜੇ ਲੋਕ ਹੈ ਨੇ, ਉਹ ਕਾਸ਼ੀ ਰਾਮ ਜੀ ਵੇਲੇ ਵੀ ਸੀ, ਗੁਰੂ ਕਾਲ ਵੇਲੇ ਵੀ ਸੀ, ਸਿੱਖ ਕਾਲ ਵੇਲੇ ਵੀ ਸੀ, ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਸੀ, ਤੇਜਾ ਸਿੰਘ ਵਰਗੇ, ਲਾਲ ਸਿੰਘ ਵਰਗੇ। ਮੈਂ ਸਿੱਖ ਰੁਕੋ ਮੱਖੂ ਸਾਹਿਬ, ਕੋਈ ਜਿਹੜੀ ਧਿਰ ਆ ਨਾ ਜਦੋਂ ਚੱਲਦੀ ਆ, ਉਹਦਾ ਕੋਈ ਸੈਂਟਰ ਧੁਰਾ ਹੁੰਦਾ ਆ। ਸਿੱਖ ਪੰਥ ਜਿਹੜਾ ਆ, ਥੱਲੇ ਵਾਲੇ ਲੋਕ ਭੋਲੇ ਹੁੰਦੇ ਆ। ਕੋਈ ਵੀ ਜਾਤ ਚੱਲੇ, ਕੋਈ ਧਰਮ ਚੱਲੇ, ਕੋਈ ਮੂਵਮੈਂਟ ਚੱਲੇ, ਕੋਈ ਲਹਿਰ ਚੱਲੇ, ਉਹਦੇ 'ਚ ਕੁਛ ਚੀਜ਼ਾਂ ਧੁਰਾ ਹੁੰਦੀਆਂ। ਜਿਹੜੇ ਧੁਰੇ ਦੇ ਆਲੇ ਦੁਆਲੇ ਹੋਰ ਲੋਕ ਨੇ, ਡਾਊਨ ਟਰੋਡਨ ਲੋਕ ਨੇ, ਉਹ ਬਹੁਤ ਭੋਲੇ ਹੁੰਦੇ ਆ, ਉਹ ਤਾਂ ਉਸ ਧੁਰੇ ਦੇ ਬਹਿਣ 'ਚ ਬਹਿੰਦੇ ਨੇ। ਸਿੱਖੀ ਜਿਹੜੀ ਆ, ਇਹਦੇ ਵਿੱਚ ਕੁਝ ਲੋਕ ਧੁਰਾ ਨੇ, ਚਾਹੇ ਉਹ ਸਿੱਖ ਪ੍ਰਚਾਰਕ ਹੈ, ਚਾਹੇ ਉਹ ਸਿੱਖ ਬੁੱਧੀਜੀਵੀ ਆ। ਜੇ ਉਹ ਧੁਰਾ ਇਹਨਾਂ ਗੱਲਾਂ ਨੂੰ ਕੰਸੀਡਰ ਕਰੇ, ਆਮ ਲੋਕ ਉਹਨੂੰ ਫੋਲੋ ਕਰ ਜਾਣਗੇ। ਜਦੋਂ ਸਾਹਿਬ ਕਾਸ਼ੀ ਰਾਮ ਜੀ ਨੇ ਐਡਾ ਵੱਡਾ ਅੰਦੋਲਨ ਖੜਾ ਕੀਤਾ, ਤਾਂ ਉਹਨਾਂ ਨੇ ਇੱਕ ਧੁਰਾ ਖੜਾ ਕੀਤਾ ਬੁੱਧੀਜੀਵੀਆਂ ਦਾ। ਉਹਨਾਂ ਨੇ 64 'ਚ ਅਸਤੀਫਾ ਦਿੱਤਾ, 84 'ਚ ਪਾਰਟੀ ਬਣਾਈ। ਭੈਣ ਕੁਮਾਰੀ ਮਾਇਆਵਤੀ ਜੀ 21 ਸਾਲ ਦੀ ਉਮਰ 'ਚ, ਜਦੋਂ ਸਾਹਿਬ ਕਾਸ਼ੀ ਰਾਮ ਨੇ ਫਸਟ ਆਰਗੇਨਾਈਜੇਸ਼ਨ ਫਰੇਮ ਕੀਤੀ 1978 'ਚ, ਭੈਣ ਕੁਮਾਰੀ ਮਾਇਆਵਤੀ ਜੀ 21 ਸਾਲ ਦੀ ਉਮਰ 'ਚ 1 ਸਾਲ ਪਹਿਲਾਂ ਜੁੜ ਚੁੱਕੀ ਸੀ। 20 ਸਾਲ ਦੀ ਉਮਰ 'ਚ? ਹਾਂ, 21 ਸਾਲ ਦੀ ਉਮਰ 'ਚ। ਮਤਲਬ ਉਦੋਂ ਤੱਕ ਸਾਹਿਬ ਨੇ ਕੋਈ ਆਰਗੇਨਾਈਜੇਸ਼ਨ ਦੀ ਫਰੇਮ ਕੀਤੀ ਸੀ। ਔਰ ਇਹਨਾਂ ਦੋਹਾਂ ਮਹਾਨ ਮਨੁੱਖਾਂ ਦੇ ਸੰਘਰਸ਼ ਨੇ ਇੱਕ ਧੁਰਾ ਪੈਦਾ ਕੀਤਾ। ਉਸ ਧੁਰੇ ਨੇ ਸਾਰਾ ਕੁਝ ਐਕਸਲਰੇਟ ਕਰਕੇ ਸਾਰੇ ਲੋਕਾਂ ਦਾ ਸਮਾਜ ਜੁੜਿਆ, ਦੇਸ਼ ਐਡੀ ਵੱਡੀ ਮੂਵਮੈਂਟ ਖੜੀ ਹੋਈ। ਔਰ ਇਹ ਮੂਵਮੈਂਟ ਰਾਤਾਂ ਦੇ ਹਨੇਰਿਆਂ 'ਚ, ਦਿਨਾਂ 'ਚ, ਕਾਨਫਰੰਸਾਂ, ਮੀਟਿੰਗਾਂ, ਲਗਾਤਾਰ ਇੱਕ ਵਿਚਾਰ ਸਪਰੈਡ ਕਰਨ ਲੱਗੀ ਹੋਈ ਆ। ਤੁਸੀਂ ਲੁਧਿਆਣੇ ਦੇ ਇੱਕ ਦੋ ਸਾਥੀਆਂ ਦੇ ਨਾਮ ਲੈਂਦੇ ਸੀ ਮੇਰੇ ਕੋਲ, ਵੀ ਤੁਸੀਂ ਉਹਨਾਂ ਦੀ ਸੰਗਤ 'ਚ ਬੋਲਦੇ ਹੋ, ਘੰਟਾ ਉਹ ਕਿਹਾ ਆ, ਡੈਟ ਵਾਜ਼, ਉਹ ਸਾਰਾ ਕਾਸ਼ੀ ਰਾਮ ਸਾਹਿਬ ਦਾ, ਮਾਨੇਵਰ ਸਾਹਿਬ ਦਾ ਹੀ ਦਿੱਤਾ ਹੋਇਆ। ਉਹ ਭੈਣ ਕੁਮਾਰੀ ਮਾਇਆਵਤੀ ਦਾ ਹੀ ਜੀਵਨ ਸੰਘਰਸ਼ ਹੈ ਜੋ ਬੋਲ ਰਹੇ ਆ। ਜੇ ਆ ਸਿੱਖੀ ਸਿਖਾਈ ਸਾਨੂੰ, ਇਹ ਸਭ ਕਾਸ਼ੀ ਰਾਮ ਦੀ ਦੇਣ ਹੈ। ਅਦਰਵਾਈਜ਼ ਜਦੋਂ ਤੱਕ ਸਾਹਿਬ ਕਾਸ਼ੀ ਰਾਮ ਜੀ ਨਹੀਂ ਸੀ ਇਸ ਕਿੱਤੇ 'ਚ, ਇਹ ਸਾਰੀਆਂ ਰੌ ਰੀਤਾਂ, ਸਾਰੇ ਰਸਮੋ ਰਿਵਾਜ ਬੇਦੀ ਪੁਰਾਣੀ ਹੁੰਦੇ ਸੀ। ਤੇ ਜੇ ਸਾਨੂੰ ਇੱਥੇ ਇਸ ਲਹਿਰ ਦੇ ਨੇੜੇ ਲਿਆਂਦਾ, ਸਿੱਖੀ ਲਹਿਰ ਦੇ ਨੇੜੇ ਲਿਆਂਦਾ, ਤਾਂ ਇਹ ਵੀ ਸਭ ਕਾਸ਼ੀ ਰਾਮ ਜੀ ਦੀ ਦੇਣ। ਮੈਂ ਤਾਂ ਹੀ ਇਹ ਗੱਲ ਕਹਿ ਰਿਹਾ ਕਿਉਂਕਿ ਤੁਸੀਂ ਦੇਖੋ, ਦੁਨੀਆ ਦਾ ਬਹੁਤ ਖੂਬਸੂਰਤ ਸ਼ਹਿਰ ਪੈਰਿਸ ਮੰਨਿਆ ਜਾਂਦਾ ਹੈ। ਮੈਂ ਸੋਚਦਾ ਵੀ ਪੈਰਿਸ ਦੀ ਖੂਬਸੂਰਤੀ ਵਿੱਚ ਤੁਹਾਡਾ ਇੱਕ ਬਹੁਤ ਵੱਡਾ ਯੋਗਦਾਨ ਸੀ, ਜੋ ਮੈਨੂੰ ਪੈਰਿਸ ਵਿੱਚ ਜਾ ਕੇ ਪਤਾ ਲੱਗਾ। ਮੈਂ ਫਰਾਂਸ ਗਿਆ, ਮੈਂ ਪੈਰਿਸ ਉਤਰਿਆ, ਮੈਨੂੰ ਉੱਥੇ ਵੀਰਾਂ ਨੇ ਦੱਸਿਆ, ਕਹਿਣ ਲੱਗੇ ਕਿ ਇੱਥੇ ਸਰਦਾਰ ਜਸਬੀਰ ਸਿੰਘ ਗੜੀ ਆਏ, ਜਿਨ੍ਹਾਂ ਨੇ ਸਾਡੀ ਇੱਕ ਬੜੀ ਲੰਮੇ ਸਮੇਂ ਤੋਂ ਵਿੱਥ ਬਣੀ ਹੋਈ ਸੀ, ਉਹ ਵਿੱਥ ਖਤਮ ਕਰ ਦਿੱਤੀ। ਮੈਂ ਦਾਅਵੇ ਨਾਲ ਇਹ ਗੱਲ ਆਖਣ ਨੂੰ ਤਿਆਰ ਹਾਂ ਵੀ ਪੈਰਿਸ ਦੀ ਖੂਬਸੂਰਤੀ ਵਿੱਚ ਸਰਦਾਰ ਜਸਬੀਰ ਸਿੰਘ ਗੜੀ ਜੀ ਦਾ ਬੜਾ ਵੱਡਾ ਰੋਲ ਹੈ। ਮੈਂ ਚਾਹੁੰਦਾ ਕਿ ਜਿਹੜੀ ਖੂਬਸੂਰਤੀ ਉੱਥੇ ਤੁਸੀਂ ਬਣਾਈ, ਉਹ ਆਪਾਂ ਪੰਜਾਬ ਵਿੱਚ ਰਲ ਮਿਲ ਕੇ ਬਣਾ ਸਕਦੇ ਹਾਂ, ਜੇ ਆਪਾਂ ਯਤਨ ਕਰਾਂਗੇ। ਹੁਣ ਤੁਹਾਡੀਆਂ ਵਿਚਾਰਾਂ ਜਿਹੜੀਆਂ ਨੇ, ਜਦੋਂ ਤੁਸੀਂ ਇਹ ਗੱਲ ਕਹਿ ਦਿੰਦੇ ਹੋ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸੁਪਨਿਆਂ ਦੀ ਪਾਰਟੀ ਜਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸੰਘਰਸ਼ ਦੇ ਵਿੱਚੋਂ ਨਿਕਲੀ ਹੋਈ, ਉਸ ਵਿਚਾਰਧਾਰਾ ਵਿੱਚੋਂ ਨਿਕਲੀ ਹੋਈ, ਤੇ ਕਿਤੇ ਨਾ ਕਿਤੇ ਹਰ ਵਰਗ ਦਾ ਜਿਹੜਾ ਸੱਜਣ ਹੈ ਉਹ ਜੁੜਦਾ ਹੈ। ਸੋ ਦਿਲ ਦੀਆਂ ਗਹਿਰਾਈਆਂ ਤੋਂ ਸਰਦਾਰ ਜਸਬੀਰ ਸਿੰਘ ਗੜੀ ਜੀ, ਤੁਹਾਡਾ ਧੰਨਵਾਦ। ਦਰਸ਼ਕੋ, ਤੁਹਾਡੇ ਨਾਲ ਅੱਜ ਫਿਰ ਇੱਕ ਵਾਅਦਾ ਕਰਕੇ ਜਾਣਾ ਵਾਂ
ਕਿ ਅਗਲੇ ਐਪੀਸੋਡ ਦੇ ਵਿੱਚ ਵੀ ਸਰਦਾਰ ਜਸਬੀਰ ਸਿੰਘ ਗੜੀ ਮੇਰੇ ਨਾਲ ਹੋਣਗੇ, ਕਿਉਂਕਿ ਮੈਂ ਸਵਾਲ ਬੜੇ ਚੋਖੇ ਲਿਖ ਕੇ ਲੈ ਕੇ ਆਇਆ ਹਾਂ ਤੇ ਮੇਰੇ 2-3 ਸਵਾਲਾਂ ਦੇ ਵਿੱਚ ਹੀ ਮੇਰੇ 2 ਐਪੀਸੋਡ ਲੰਘ ਜਾਂਦੇ ਆ। ਕਿਉਂਕਿ ਜਦੋਂ ਇੱਕ ਹੁੰਦਾ ਪਾਣੀ ਟੈਂਕੀ ਦੇ ਵਿੱਚ ਪਾ ਦਿੱਤਾ, ਸਵੇਰੇ ਭਰਿਆ ਸ਼ਾਮ ਨੂੰ ਮੁੱਕ ਗਿਆ, ਸ਼ਾਮ ਨੂੰ ਭਰਿਆ ਸਵੇਰੇ ਮੁੱਕ ਗਿਆ। ਪਰ ਇੱਕ ਹੁੰਦਾ ਜੇ ਚੀਤੇ ਰੱਖਿਆ ਜੇ ਚਸ਼ਮਾ ਫੁੱਟਦਾ, ਝਰਨਾ ਝਰਦਾ ਹੁੰਦਾ, ਚਸ਼ਮਾ ਫੁੱਟਦਾ ਹੁੰਦਾ। ਪਰ ਜਿਹੜਾ ਚਸ਼ਮਾ ਹੁੰਦਾ ਹੈ ਨਾ ਉਹ ਦਿਨੇ ਵੀ ਨਿਕਲੀ ਜਾਂਦਾ, ਰਾਤ ਵੀ ਨਿਕਲੀ ਜਾਂਦਾ, ਕਿਉਂਕਿ ਗੋਡ ਮੇਡ ਤੇ ਮੈਨ ਮੇਡ ਦਾ ਅੰਤਰ ਜਿਹੜਾ ਹੈ ਨਾ ਸਾਨੂੰ ਪਤਾ ਲੱਗਦਾ ਹੈ। ਟੈਂਕੀ ਮੈਨ ਮੇਡ ਹੈ, ਪਰ ਜਿਹੜਾ ਚਸ਼ਮਾ ਉਹ ਗੋਡ ਮੇਡ ਹੈ, ਉਹਦੇ ਵਿੱਚੋਂ ਪਾਣੀ ਨਿਕਲਦਾ ਰਹਿੰਦਾ। ਸੋ ਕੁਦਰਤ ਨੇ ਕਈ ਵਾਰੀ ਕਈਆਂ ਦੇ ਅੰਦਰ ਸੋਮੇ ਐਸੇ ਭਰੇ ਹੁੰਦੇ ਨੇ, ਜਿੰਨੀ ਗੱਲ ਕਰੋ ਉਹ ਨਿਕਲਦੇ ਰਹਿੰਦੇ ਆ। ਤੇ ਨਾਲੇ ਸਾਜ਼ ਨੂੰ ਵੈਸੇ ਵੀ ਛੇੜ ਦਿਓ ਤੇ ਗੂੰਜ ਪਾਉਂਦਾ ਰਹਿੰਦਾ। ਤੇ ਮੈਨੂੰ ਲੱਗਦਾ ਵੀ ਅੱਜ ਮੈਂ ਸਰਦਾਰ ਜਸਬੀਰ ਸਿੰਘ ਗੜੀ ਰੂਪੀ ਸਾਜ਼ ਨੂੰ ਥੋੜਾ ਛੇੜਿਆ ਤੇ ਗੂੰਜ ਪੈ ਰਹੀ ਏ। ਉਹ ਹੁਣ ਤੁਸੀਂ ਦੇਖਣਾ ਵੀ ਕਿੰਨਾ ਕੁ ਸੁਰ ਦੇ ਵਿੱਚ ਹੈ। ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਆਵਾਂਗਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।